ਲੜੀਵਾਰ ਕਥਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ 52 ਅੱਖਰੀ ਦੀ ਸਮਾਪਤੀ ਹੋ ਕੇ ਸੁਖਮਣੀ ਸਾਹਿਬ ਤੱਕ ਪਹੁੰਚੀ। ਸੁਖਮਣੀ ਸਾਹਿਬ ਦੀ ਜੋ ਪਵਿੱਤਰ ਪਾਵਨ ਅੰਮ੍ਰਿਤ ਬਾਣੀ, ਇਹਦਾ ਮਤਲਬ ਹੈ ਸੁੱਖਾਂ ਦੀ ਮਣੀ। ਮਹਾਂਪੁਰਖ ਵਿਦਵਾਨ ਏਦਾਂ ਵੀ ਅਰਥ ਕਰਦੇ ਵੀ ਇਹ ਸੁੱਖਾਂ ਦੀ ਮਣੀ, ਸੁਖਮਨੀ ਹੈ, ਸੁੱਖਾਂ ਦੀ ਮੰਨੀ ਹੋਈ। ਤੇ ਅਸਲੀ ਅਰਥ ਇਹਦਾ ਹੈ ਸੁਖ ਪਲਸ ਮਨ ਤੇ ਪਲਸ ਈ। ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ, ਮਨ ਨੂੰ ਸੁਖ ਦੇਣ ਵਾਲੀ ਐਸੀ ਇਹ ਪਵਿੱਤਰ ਪਾਵਨ ਬਾਣੀ। ਸੂਰਜ ਪ੍ਰਕਾਸ਼ ਵਿੱਚ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਬਾਰੇ ਉਠਾਨਕਾ ਲਿਖੀ ਕਿ ਜਦੋਂ ਰਾਮਸਰ ਤੀਰਥ ਦੇ ਕੰਢੇ ਤੇ ਸਤਿਗੁਰੂ ਜੀ ਬਾਣੀ ਦੀ ਰਚਨਾ ਕਰ ਰਹੇ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਸਨ, ਭਾਈ ਗੁਰਦਾਸ ਜੀ ਲਿਖ ਰਹੇ ਸੀ ਤੇ 52 ਅੱਖਰੀ ਦੀ ਰਾਤ ਨੂੰ ਸਮਾਪਤੀ ਕਰਕੇ ਮਹਾਰਾਜ ਜੀ ਸੁੱਤੇ। ਸੁਬਾਹ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕਰਕੇ ਜਦੋਂ ਦਿਨ ਚੜ੍ਹਿਆ ਭਾਈ ਗੁਰਦਾਸ ਜੀ ਆਏ ਤੇ ਮਹਾਰਾਜ ਜੀ ਕਹਿੰਦੇ, ਭਾਈ ਗੁਰਦਾਸ ਜੀ ਕਿ ਅਸੀਂ ਹੁਣ ਐਸੀ ਬਾਣੀ ਰਚਣਾ ਚਾਹੁੰਦੇ ਹਾਂ ਜਿਸ ਬਾਣੀ ਦਾ ਪਾਠ ਕਰਨ ਨਾਲ ਸਾਡੇ ਗੁਰਸਿੱਖਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇ ਔਰ ਜਿਸ ਬਾਣੀ ਦਾ ਪਾਠ ਕਰਕੇ ਸਾਡੇ ਸਿੱਖਾਂ ਦੇ 8 ਪਹਿਰਾਂ ਦੇ 24,000 ਸਵਾਸ ਸਫਲੇ ਹੋ ਜਾਣ। 24,000 ਸਵਾਸ ਉਹ ਸਫਲੇ ਹੋ ਜਾਣ ਤੇ 24,000 ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸੁਖਮਣੀ ਸਾਹਿਬ ਦੀ ਬਾਣੀ ਦੀ ਰਚਨਾ ਕਰਨ ਤੇ ਜਿਹਦੀਆਂ 24 ਅਸ਼ਟਪਦੀਆਂ ਹੀ ਰਚੀਆਂ ਜਾਣਗੀਆਂ। ਭਾਈ ਗੁਰਦਾਸ ਜੀ ਨੇ ਆਖਿਆ, ਮਹਾਰਾਜ ਇਹ ਤਾਂ ਤੁਹਾਡਾ ਬੜਾ ਵੱਡਾ ਮਹਾਨ ਪਰਉਪਕਾਰ ਹੋਵੇਗਾ, ਕਿਉਂਕਿ ਗ੍ਰਸਤੀ ਸਿੱਖ ਨੇ ਹੁਕਮ ਤਾਂ ਹੈ ਵੀ ਦਿਨ ਰਾਤ ਸਵਾਸ ਸਵਾਸ ਨਾਮ ਜਪੇ ਪ੍ਰਮਾਤਮਾ ਦਾ ਸਿੱਖ, ਪਰ ਵਿੱਚ ਜੇ ਕਿਤੇ ਕਮੀ ਪੇਸ਼ੀ ਰਹਿ ਜਾਏ, ਸਵਾਸ ਸਵਾਸ ਨਾ ਜਪਿਆ ਜਾਵੇ 24 ਘੰਟਿਆਂ ਚੋਂ ਕੁਝ ਸਮਾਂ ਏਦਾਂ ਹੀ ਲੰਘ ਜੇ ਵੀ ਨਾਮ ਜਪੇ ਹੀ ਨਾ ਜਾਏ, ਉਸ ਸਮੇਂ ਦੀ ਘਾਟ ਪੂਰੀ ਕਰਨ ਵਾਸਤੇ ਵੀ ਉਹ ਵੀ ਸਫਲਾ ਹੋ ਜਾਏ, ਉਹਦੇ ਵਾਸਤੇ ਤੁਸੀਂ ਐਸੀ ਪਵਿੱਤਰ ਪਾਵਨ ਬਾਣੀ ਸੁਖਮਣੀ ਸਾਹਿਬ ਦੀ ਰਚਨਾ ਕਰਨਾ ਚਾਹੁੰਦੇ ਹੋ। ਇਹ ਤਾਂ ਬੜਾ ਵੱਡਾ ਮਹਾਨ ਪਰਉਪਕਾਰ ਹੋਵੇ, ਇਹ ਬੜਾ ਵੱਡਾ ਉਪਕਾਰ ਹੋਵੇ। ਫਰੀਦਕੋਟੀ ਟੀਕੇ ਵਾਲੇ ਵਿਦਵਾਨਾਂ ਨੇ ਉਠਾਨਕਾ ਏਦਾਂ ਵੀ ਲਿਖੀ ਵੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਵੇਦ ਸ਼ਾਸਤਰ ਨੇ, ਪਰ ਉਹਨਾਂ ਦਾ ਸਾਰਭੂਤ ਮੂਲ ਰੂਪ ਦੇ ਵਿੱਚ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਆਦਿ ਉਚਾਰਨ ਕੀਤੀ, ਉਹਦਾ ਹੁਣ ਗੀਤਾ ਦੇ ਵਿੱਚ ਜਿਹੜੀ ਸਪਤ ਸ਼ਲੋਕੀ ਗੀਤਾ 7 ਸ਼ਲੋਕ ਨੇ ਉਹ ਬੜੇ ਮੁੱਖ ਮੰਨੇ ਜਾਂਦੇ ਨੇ। ਏਦਾਂ ਜੇ ਤੁਸੀਂ ਵੀ ਕੋਈ ਬਾਣੀ ਉਚਾਰਨ ਕਰੋ ਜਿਹੜੀ 7 ਸਰੂਪ ਹੋਵੇ ਔਰ ਉਹਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਹੋਵੇ। ਉਸ ਵਕਤ ਮਹਾਰਾਜ ਜੀ ਨੇ ਦਇਆ ਦੇ ਘਰ ਵਿੱਚ ਆਉਂਦਿਆਂ ਇਹ ਪਵਿੱਤਰ ਪਾਵਨ ਬਾਣੀ ਸੁਖਮਣੀ ਸਾਹਿਬ ਦਾ ਪਾਠ ਉਚਾਰਨ ਕੀਤਾ। ਇਹ ਸੁਖਮਣੀ ਸਾਹਿਬ ਦੀ ਬਾਣੀ ਦਾ ਏਡਾ ਵੱਡਾ ਮਹਾਤਮ ਹੈ ਗੁਰੂ ਖਾਲਸਾ ਜੀ ਕਿ ਲਾਹੌਰ ਦਾ ਰਹਿਣ ਵਾਲਾ ਇੱਕ ਵਜ਼ੀਰ ਸੀ, ਵਜ਼ੀਰ ਖਾਂ, ਜਲੋਦਰ ਦਾ ਰੋਗ ਹੋ ਗਿਆ ਤੇ ਜਲੋਦਰ ਦਾ ਰੋਗ ਹੋਇਆ ਤੇ ਉਸ ਵਕਤ ਉਸ ਰੋਗ ਕਰਕੇ ਬੜਾ ਦੁਖੀ, ਦੁੱਖ ਬੜਾ ਹੋ ਰਿਹਾ, ਇਲਾਜ ਬੜੇ ਕਰਵਾਏ ਪਰ ਆਰਾਮ ਨਹੀਂ ਆਇਆ। ਇੱਕ ਦਿਨ ਅੰਮ੍ਰਿਤ ਵੇਲੇ ਕੋਈ ਸਿੱਖ ਗਲੀ ਚ ਲੰਘਦਾ ਜਾਂਦਾ ਸੀ, ਸੁਖਮਣੀ ਸਾਹਿਬ ਦਾ ਪਾਠ ਕਰਦਾ, ਬਾਣੀ ਦੀਆਂ ਪੰਕਤੀਆਂ ਦੇ ਕੰਨਾਂ ਵਿੱਚ ਪਈਆਂ ਤੇ ਇਹਦਾ ਦਰਦ ਠੀਕ ਹੋ ਗਿਆ। ਪਰ ਜਿੰਨੀ ਦੇਰ ਪੰਕਤੀਆਂ ਬਾਣੀ ਦੀਆਂ ਕੰਨਾਂ 'ਚ ਪੈਂਦੀਆਂ ਰਹੀਆਂ, ਦਰਦ ਓਨੀ ਦੇਰ ਹੀ ਰੁਕਿਆ, ਮੁੜ ਕੇ ਫੇਰ ਹੋਣ ਲੱਗ ਪਿਆ। ਅਗਲੇ ਦਿਨ ਫਿਰ ਸਿੱਖ ਲੰਘਿਆ, ਉਸੇ ਤਰ੍ਹਾਂ ਹੀ ਹੋਇਆ। ਤੀਜੇ ਦਿਨ ਇਹਨੇ ਸਿੱਖ ਨੂੰ ਬੁਲਾ ਲਿਆ, ਆਖਿਆ ਭਾਈ ਇਹ ਜਿਹੜੀ ਤੂੰ ਬਾਣੀ ਪੜ੍ਹਦਾ ਮੈਨੂੰ ਸੁਣਾਇਆ ਕਰ। ਸਿੱਖ ਨੇ ਇਹਦੇ ਕੋਲ ਬੈਠਣਾ, ਇੱਕ ਪਾਠ ਸੁਖਮਣੀ ਸਾਹਿਬ ਦੇ ਨੂੰ ਸੁਣਾ ਦੇਣਾ। ਜਿੰਨੀ ਦੇਰ ਤੱਕ ਇਹਨੇ ਬਾਣੀ ਸੁਣਨੀ, ਸੁਖਮਣੀ ਸਾਹਿਬ ਦੇ ਭੋਗ ਤੱਕ ਮੁੱਢ ਤੋਂ ਲੈ ਕੇ
उन्नी देर तक ये अंदर शांति बनी रहनी, दर्द भी रुकिया रहना। पर आखिरकार सिख ने भी जाना हुंदा, उन्हें चलिया जाना, मुड़ के दर्द फिर होण शुरू हो जाने। इन्हें बेनती की भी मैनू 2 पाठ सुना दिया कर। सिख ने 2 पाठ सुनाने शुरू कर दिते सुखमणी साहब दे। फिर एक दिन कहन लगा भी जिन्हां दी ये बाणी है भी वो गुरु भी है, जिन्हां दी बाणी च इन्नी कला वो गुरु दे विच किन्नी कला होवेगी। कहंदे हाँ वो गुरु श्री अमृतसर साहब ने। कहंदा मैनू दर्शन कराओ। तुर फिर नहीं सी सकदा, इनू पालकी विच पा के लैके गए। गुरु अर्जन साहब दे चरनां च आके ने बेनती की, महाराज मैनू जलोधर दा रोग है ते मेरा ये रोग निवृत्त कर दिओ। महाराज जी ने आख्या ओ साडा सेवक आउंदा बाबा बुढ़ा साहब, सिर ते टोकरा चुकिया होया, उन्हां कोल चले जाओ। इहनूं चुक के बाबा बुढ़ा साहब को लै गए। बाबा जी मेरे पेट का दर्द है, जलोधर का रोग है। कहते भी गुरु को जाना सी। कहते गुरु जी ने तुहाडे कोल भेजिया। बाबा बुढ़ा जी दे कोल जिहड़ा टोकरा सी ते पेट ते मिट्टी दा उही उदां ही सुट दिता, मिट्टी सुट दिती पेट ते उस वेले जलोधर का रोग निवृत्त हो गया। जिन्नी देर तक जिउंदा रहा 2 पाठ सुखमणी साहब दे जुबानी याद कर ले ते करदा रहा नित ने। वजीर खां गुरु घर का श्रद्धालु मुसलमान, सुखमणी साहब की बाणी विच बड़ी बड़ी पारस कला है। बड़े बड़े रोगां दे सोगां की निवृत्ति का साधन है सुखमणी साहब की बाणी। अज भी अज हुण वर्तमान दे समय में शायद सिख उन्हां इस बाणी का पाठ भावें ना करते होण, पर सुखमणी साहब की बाणी अनेकां सहजधारी हिंदू वीर, कई तां हिंदू वीर इहो जिहे दास ने वेखे ने सहजधारी कि उन्हां नूं सुखमणी साहब की बाणी जुबानी याद से रोज नितनेम कर, जिन्हां नूं पता इस बाणी की कला की है। बड़ी उत्तम बाणी, सर्वोत्तम बाणी है सुखमणी साहब। ते सुखमणी साहब की इस पवित्र पावन बाणी की कथा करन दा ते सुनन दा सानू मान प्राप्त हो रहा है, सुभाग प्राप्त हो रहा है। दास भी सुखमणी साहब की इस पावन बाणी की कथा पहली बारी कर रहा है। लड़ीवार कथा दे विचों पढ़ी तो है कथा, पर व्याख्या तो पढ़ी है, पर कथा जिहड़ी है वो पहली बारी कर रहे हैं। ते बड़ा उत्तम फल है इस पावन सुखमणी साहब की बाणी का। इसकी कथा सुनने का भी बड़ा बड़ा महात्म है कि सुख की प्राप्ति होंदी है। इस पावन पवित्र बाणी नूं पढ़ के आओ सरवण करिए जी। सारी संगत गुरु चरना विच हाजरी लवाउण वास्ते आखो जी सतनाम श्री वाहिगुरु साहिब जी। गौड़ी सुखमणी महला पंजवा। श्लोक एक ओंकार सतगुर प्रसाद। गौड़ी सुखमणी सुख मन ई, मन नूं सुख देण वाली, हिरदे नूं सुख देण वाली पवित्र बाणी। महला पंजवा, पंजवें पातशाह धन गुरु अर्जन देव साहब की उच्चारण की हुई पवित्र बाणी। श्लोक उच्चारण कर रहे ते मंगलाचरण करते ने। अकाल पुरख परमेश्वर एक है, ओंकार जो सारियां विच व्यापक ते सारियां दा प्रकाशक है। सतगुर प्रसाद, सतगुरां दी किरपा नाल, गुरु दी किरपा नाल उस अकाल पुरख वाहिगुरु परमेश्वर दे स्वरूप की प्राप्ति हुंदी है। हुण श्लोक उचारदे आ। महाराज गरीब नवाज पातशाह ने अपने पहले 4 गुरुदेवां दा मंगल कीता। 4 गुरुदेवां दा श्लोक दे विच, क्योंकि बड़ी उत्तम बाणी सुखमणी साहब दी उचारण जा रहे ने। ਉਹਦੇ वास्ते अपने बजुर्गों का, अपने वडेरे गुरुदेव का, इष्ट देव का आशीर्वाद लै रहे ने। उन्हां दे चरणां च नमस्कार करते हैं।
ਇਹਨੂੰ ਨਮਸਕਾਰਾਤਮਕ ਮੰਗਲ ਕਹਿੰਦੇ ਨੇ। ਜਿਹੜਾ ਇਸ ਸ਼ਲੋਕ ਵਿੱਚ ਮੰਗਲ ਕੀਤਾ ਨਾ, ਜਿਹੜਾ ਉੱਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਵਸਤੂ ਨਿਰਦੇਸ਼ ਮੰਗਲ ਹੈ। ਤੇ ਜਿਹੜਾ ਸ਼ਲੋਕ ਵਿੱਚ ਅੱਗੇ ਮੰਗਲ ਆਰੰਭ ਕਰ ਰਹੇ ਨੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇਹਨੂੰ ਨਮਸਕਾਰਾਤਮਕ ਮੰਗਲ ਕਹਿੰਦੇ ਨੇ। ਨਮਸਕਾਰ ਕਰ ਤੇ ਨਮਸਕਾਰਾਤਮਕ ਮੰਗਲ ਕਰਦੇ ਨੇ। ਪਹਿਲਾਂ ਆਪਣੇ ਗੁਰਦੇਵ ਦਾ ਮੰਗਲ ਕਰਦੇ ਆ, ਕਹਿੰਦੇ ਹਨ ਆਦ ਗੁਰ ਨਮః। ਆਦ ਗੁਰ ਏ ਨਮః। ਆਦ ਦਾ ਮਤਲਬ ਹੁੰਦਾ ਪਹਿਲੇ। ਆਦ ਦਾ ਮਤਲਬ ਹੈ ਪਹਿਲੇ ਗੁਰੂ। ਪਹਿਲੇ ਗੁਰੂ ਕੌਣ ਨੇ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਪਹਿਲਾਂ ਆਦ ਗੁਰੂ, ਜਿਹੜੇ ਸਾਰਿਆਂ ਦੇ ਮੁੱਢ ਦੇ ਮੂਲ ਨੇ, ਜਿਹੜੇ ਸਮਾਤ ਲੋਕ ਦੀ ਧਰਤੀ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ, ਤੇ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਧਾਰਨ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਐਸਾ ਅਕਾਲ ਪੁਰਖ ਪਰਮੇਸ਼ਰ ਜਿਹਨੇ ਸਮਾਤ ਲੋਕ ਦੀ ਧਰਤੀ ਤੇ ਪਾਰ ਬ੍ਰਹਮ ਪਰਮੇਸ਼ਰ ਨੇ ਸਰੀਰ ਧਾਰਨ ਕੀਤਾ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਨੇ ਬੜਾ ਤਰਸ ਕੀਤਾ, ਬੜੀ ਦਇਆ ਕੀਤੀ, ਰਹਿਮਤ ਕੀਤੀ, ਕਲਯੁਗ ਦੇ ਜੀਵ ਭੁੱਲੇ ਭਟਕੇ ਹੋਏ ਉਹਨਾਂ ਨੂੰ ਮਾਰਗ ਦਰਸ਼ਨ ਕਰਾਇਆ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਅਵਤਾਰ ਧਾਰਨ ਤੋਂ ਪਹਿਲਾਂ ਸਾਰੇ ਸੰਸਾਰ 'ਚ ਅੰਧ ਧੁੰਦ ਵਰਤ ਰਿਹਾ ਸੀ, ਤੇ ਅੰਧ ਧੁੰਦ ਦਾ ਵਰਤਾਰਾ ਸਾਰੇ ਪਾਸੇ ਵਰਤ ਰਿਹਾ ਸੀ। ਅੰਧਕਾਰ ਹੀ ਅੰਧਕਾਰ ਸੀ, ਤੇ ਸੂਰਜ ਦੇ ਸਮਾਨ ਪ੍ਰਕਾਸ਼ ਧਾਰਨ ਕਰਕੇ ਸੰਸਾਰ ਵਿੱਚ ਆਏ ਐਸੇ ਮਹਾਨ ਗੁਰਦੇਵ, ਐਸੇ ਮਹਾਨ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਲਿਖਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਤੇ ਜਿਨ੍ਹਾਂ ਬਾਰੇ ਭੱਟਾਂ ਨੇ ਵੀ ਲਿਖਿਆ, ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਕਾਸ ਚਰਨ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਕਰੇ, ਗਾਵੈ ਇੰਦਰਾਦ ਭਗਤ ਪ੍ਰਹਿਲਾਦ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣੇ। ਐਸੇ ਮਹਾਨ ਸਤਿਗੁਰੂ ਰਾਜਾ ਜੋਗੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਨੂੰ ਮੇਰੀ ਨਮः ਹੈ। ਨਮः ਦਾ ਮਤਲਬ ਹੈ ਨਮਸਕਾਰ। ਆਦ ਗੁਰ ਏ ਨਮः। ਆਦ ਗੁਰੂ, ਪਹਿਲੇ ਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ। ਜੁਗਾਦ ਗੁਰ ਏ ਨਮః। ਜੁਗਾਦ ਦਾ ਮਤਲਬ ਹੈ ਦੋ। ਯੁਗ ਕਹਿੰਦੇ ਨੇ ਦੋ ਨੂੰ। ਜੁਗਾਦ, ਯੁਗ, ਯੁਗ ਦਾ ਮਤਲਬ ਹੁੰਦਾ ਜੋੜਾ, ਦੋ। ਜੁਗਾਦ ਦਾ ਮਤਲਬ ਹੈ ਦੂਜੇ। ਦੂਜੇ ਗੁਰੂ ਭਾਈ ਲਹਿਣੇ ਤੋਂ ਅੰਗਦ ਹੋਏ। ਭਾਈ ਲਹਿਣੇ ਤੋਂ ਗੁਰੂ ਅੰਗਦ ਹੋ ਗਏ। ਐਸੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਦੀਨ ਦੁਨੀਆ ਦੇ ਮਾਲਕ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਹੀ ਐਸਾ ਅੰਮ੍ਰਿਤ ਵਰਸਦਾ ਹੈ। ਭੱਟ ਕਹਿੰਦੇ ਅੰਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਗੁਰੂ ਅੰਗਦ ਦੇਵ ਸਾਹਿਬ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ, ਅੰਮ੍ਰਿਤ, ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਜਿਸ ਵੱਲ ਤੱਕ ਲੈਂਦੇ ਨੇ ਉਹਦੇ ਸਾਰੇ ਪਾਪ ਹਰ ਲੈਂਦੇ ਨੇ। ਸਾਰੇ ਪਾਪ, ਹਰੈ ਅਗ ਪਾਪ ਸਕਲ ਮਲ, ਪਾਪਾਂ ਨੂੰ ਵੀ ਹਰ ਲੈਂਦੇ ਨੇ, ਤੇ ਪਾਪਾਂ ਦੀ ਜਿੰਨੀ ਮੈਲ ਹੈ ਉਹਨੂੰ ਵੀ ਹਰ ਲੈਂਦੇ ਨੇ, ਨਿਵਰਤ ਕਰ ਦਿੰਦੇ ਨੇ ਦ੍ਰਿਸ਼ਟੀ ਮਾਤਰ ਨਾਲ। ਗੁਰੂ ਅੰਗਦ ਦੇਵ ਸਾਹਿਬ ਦੀ ਦ੍ਰਿਸ਼ਟੀ ਵਿੱਚ ਹੀ ਇੰਨੀ ਬਰਕਤ ਹੈ
ऐसे महान सतगुरु श्री गुरु अंगद देव साहब जी ਨੂੰ भी मेरी नमस्कार। जुगाद गुर ए नमः। जुगाद दूसरे गुरु धन गुरु अंगद देव साहब जी ਨੂੰ मेरी नमाम है, मेरी नमस्कार है। सतगुर ए नमः। तेरे सतगुरु तीसरे गुरुदेव धन धन श्री गुरु अमरदास जी महाराज। धन हर बूंद बसोरो बाबल कुसुम बसंत जनंत न आवे। रब सस किरण उदर सागर को गंग तरंग अंत को पावे। रुद्र ध्यान ज्ञान सतगुर के कवजन भल उन्हें जो गावे। भले अमरदास गुण तेरे तेरी उपमा तोहे धन आवे। निमाणिया दे मान निताणिया दे ताण न्योटिया दी ओट। गुरे अमरदास की अकथ कथा है एक जिही कछ कही न जाए। ऐसे महान सतगुरु धन धन श्री गुरु अमरदास जी महाराज, उन्होंने भी मेरी नमस्कार है, उन्होंने भी मेरी नमाम है, नमस्कार है। श्री गुरुदेव ए नमः। गुरु अमरदास साहब जी तो बाद मेरे श्री गुरुदेव जिन्होंने मेरे ते रहमत की थी, श्री गुरुदेव श्रोमणी गुरुदेव धन गुरु रामदास सोढ़ी सुल्तान पातशाह, उन्होंने भी मेरी नमस्कार है। श्री गुरु रामदास जी महाराज जी ਨੂੰ भी मेरी नमस्कार है। ਜਾਂ इस तरह भी विद्वान कई अर्थ करते ने कि जेड़े बुढ़ तो गुरु हैं ऐसे गुरुदेव ਨੂੰ, जेड़े जुगां जुगांतरां तो गुरुदेव ने ऐसे सतगुरां ਨੂੰ मेरी नमस्कार है। सारे गुरुदेवां चों श्रोमणी गुरुदेव ने, उन्होंने मेरी नमस्कार है। पर इत्थे अपने इष्ट का मंगल किया है ते सतगुरां दे इष्ट गुरु नानक साहब, गुरु अंगद देव साहब, गुरु अमरदास, गुरु रामदास साहब इष्ट देव ने ते अपने इष्ट देव नूं कहंदे मेरे साहब इष्ट देव नूं श्री गुरु रामदास जी महाराज जी नूं भी मेरी नमस्कार है, नमाम है। अष्टपदी 8 पदे, एक एक अष्टपदी दे विच श्लोक तो बाद 8-8 पदियां वालियां अष्टपदियां ते एक एक पौड़ी विच तकरीबन 10-10 पंक्तियां। अष्टपदी 8-8 पदियां वालियां अष्टपदियां ते उच्चारण करदे ने। पहली अष्टपदी विच नाम दी महिमा, परमेश्वर दे नाम दी महिमा वर्णन कर रहे कि प्रभु दे नाम सिमरन विच किड्डियां बरकतां ने। ते पहली पौड़ी विच सानू सारियां नू आदेश कर रहे ने सिमरन दा, कि सानू सारियां नू हुक्म कर रहे ने सिमरन करन दा। ते महाराज जी बचन करदे हन, सिमरो सिमर सिमर सुख पावो। महाराज जी कहंदे भाई सिमरो। 3 वेरी कहा सिमरो सिमर सिमर। 3 वारी कहण दा मतलब है भी मन करके, वचन करके ते कर्म करके सिमरो। मन करके, वचन करके ते कर्म करके, मन वच कर्म करके। क्योंकि जदों असीं सिमरन करदे हां ना, उदों मन च कुछ होर चलदा हुंदा ते शरीर करके कुछ असीं होर करी जाने आ ते जुबान करके कुछ होर कर रहे हुंदे आ। साडियां तिन्ने चीज़ां केंद्रित नहीं हुंदियां। मन वच कर्म एक थां ते केंद्रित नहीं हुंदे। जे सिमरन कर रहे हो जुबान करके वाहिगुरु ते मन भी उस वेले सिमरन ही करदा होवे ते शरीर भी सिमरन दी साधना विच ही बैठा होवे। तिन्ने चीज़ां एक थां ते होण, मन वच कर्म। ਇਹਨੂੰ कहते ने मनसा वाचा कर्मणा, ये तिन्ने एक थां ते होण। इस करके महाराज जी कहते मन वच कर्म करके सिमरन करो। ते जदों सिमरोगे ते की होवेगा? सुख पावो, तुहानू सुख की प्राप्ति होवेगी। सुख ऐसा सुख जिहड़ा कदे बाध नहीं हुंदा, जिहदा कदे नाश नहीं हुंदा, वो आबाद सुख, आबाद
ਜਿਹੜਾ ਸਦਾ ਰਹਿਣ ਵਾਲਾ, ਸਦੀਵ ਰਹਿਣ ਵਾਲਾ, ऐसा सुख, आत्मक सुख, आत्मक आनंद वो प्राप्त होगा। जेड़ा सुख ना राज चों मिलदा ते ना दुनिया दे पदार्थां चों मिलदा, ये वो सुख दी गल हो रही है। जेड़ा बंद बंद कटांदियां भी बनिया रहे, धन भाई मनी सिंह। खोपर लिआउंदियां भी बनिया रहे, जमूरां नाल मास फरखशीर वल्लों निचोड़िया जा रहा, तोड़िया जा रहा, फिर भी वो सुख बनिया बाबा बंदा सिंह बहादुर। ये वो सुख है, वो सुख जिहड़ा कदे नास्त भ्रष्ट नहीं हुंदा, उहदे सुख सिमरन करके मिलदा। ते सिमरन कोई कर्म नहीं है। जे कहिए भी सिमरन करना कोई कर्म है, ते खाना पूर्ति वास्ते करना हुंदा, एक कर्म नहीं है। सिमरन असल विच परमेश्वर दी भगती है, प्रभु भगती। जदों दी याद विच असीं जुड़ के बैठदे हां, इहनूं सिमरन कहंदे ने। ਉਹਦੀ याद ਵਿੱਚ जुड़ के बैठण ਨੂੰ सिमरन ਕਹਿੰਦੇ। ਉਹਦੀ याद ਸਾਡੇ ਹਿਰਦੇ 'ਚ ਬਣ ਜਾਏ ਤੇ ਉਹਦੀ याद ਵਿੱਚ ਕਦੇ ਹਿਰਦਾ ਖੇੜੇ ਨਾਲ ਖਿੜ ਜਾਏ ਤੇ ਕਦੇ ਉਹਦੀ याद ਵਿੱਚ ਆ ਕੇ ਉਹਦੇ ਪਿਆਰ ਦੇ ਬਲਬਲਿਆਂ ਵਿੱਚ ਅੱਖਾਂ ਭਰ ਵੀ ਆਉਣ। ਦੋਵੇਂ ਗੱਲਾਂ ਬਣਦੀਆਂ ਨੇ ਨਾ। ਕਦੇ ਤਾਂ याद ਆਵੇ ਤੇ ਉਹਦੇ ਸਰੂਪ ਨੂੰ ਚੇਤੇ ਕਰਕੇ ਮਨ ਖਿੜ ਜਾਏ, ਤੇ ਕਦੇ याद आवे ते उहदी याद विच नेत्रां चों नीर बहण लग पे, उहनूं याद कहंदे ने, उहनूं सिमरन कहंदे ने। मैं अक्सर वेखिआ कई गुरमुखां महापुरखां नूं कि कदे तां सिमरन करदिआं ऐन खेड़े च खिड़े हुंदे ने, ते कदे सिमरन करदिआं देर चेहरे ते दाड़ा भी भिज्जिआ हुंदा नेत्रां दे हंझूआं नाल। दोवें गल्लां ने भी चेहरे ते दाड़ा वो भिजिया हुंदा नेत्रां दे जल नाल, नेत्रां दे हंझूआं नाल, ते कदे इन्ने ज्यादा खेड़े च हुंदे भी विगसे हुंदे। याद है ना, ते कदे याद विच जदों किसी प्यारे दी अपने दी याद आउंदी है ते मन खुश भी हो जांदा, ते कदे याद आउंदी है ते विछोड़े दी पीड़ा जदों दर्द हुंदी है ते उदों फिर हंझू भी आ जांदे ने, नेत्र भी भर जांदे ने। शायद इसे अवस्था नूं मेरे साहब ने कहा, रंग हसै रंग रोवै, चुप भे कर जाहे। ये उही अवस्था है, उहदी याद विच बनदी है, इथों आरंभता हुंदी है। तो अगे महाराज जी दे जो पावन बचन हैं, जिवें जिवें अगे महाराज जी किरपा करनगे विचारांगे। गुरु साहब जी की पवित्र पावन अमृत बाणी है, विचारा करदे हां, होईयां भुल्लां चुकां दी खेमा। वाहिगुरु जी का खालसा, वाहिगुरु जी की फतेह।